ਹੈਲੋ ਦੋਸਤੋ, ਸਵਾਗਤ ਹੈ ਤੁਹਾਡਾ ਅੱਜ ਦੇ ਵੀਡੀਓ 'ਚ। ਭਾਰਤੀ ਲੋਕਤੰਤਰੀ ਸਮੱਸਿਆ ਅਤੇ ਚੁਣੌਤੀਆਂ ਦਾ ਇਹ ਲਾਸਟ ਵੀਡੀਓ ਹੈ ਔਰ ਅੱਜ ਦਾ ਟੌਪਿਕ ਜਿਹੜਾ ਹੈ ਉਹ ਵੱਖਵਾਦ ਹੈ। ਵੱਖਵਾਦ ਨੂੰ ਅੰਗਰੇਜ਼ੀ 'ਚ ਸੈਪਰੇਟਿਜ਼ਮ ਕਿਹਾ ਜਾਂਦਾ ਹੈ। ਸੈਪਰੇਟਿਜ਼ਮ ਮਤਲਬ ਸੈਪਰੇਟ ਤੋਂ ਵਰਡ ਸੈਪਰੇਟਿਜ਼ਮ ਬਣਿਆ ਹੈ। ਵੱਖਵਾਦ ਮਤਲਬ ਵੱਖ ਹੋਣਾ, ਅਲੱਗ ਹੋਣਾ, ਸੈਪਰੇਟ ਹੋਣਾ, ਅਲੱਗ ਹੋਣਾ। ਅਤੇ ਹੋਪਫੁਲੀ ਤੁਹਾਨੂੰ ਵੱਖ ਹੋਣ ਦਾ ਮਤਲਬ ਪਤਾ ਹੈ। ਸੈਪਰੇਟ ਹੋਣਾ ਮਤਲਬ ਪਤਾ ਹੈ ਕਿ ਵੀ ਜੁਦਾ ਹੋਣਾ, ਰਾਈਟ। ਅਤੇ ਜੁਦਾ ਹੋਣ 'ਤੇ ਜੋ ਸਿਚੁਏਸ਼ਨ ਸਾਡੇ ਦੇਸ਼ ਦੀ ਰਹੀ ਹੈ, ਜੋ ਸਮੱਸਿਆ ਹੈ, ਇਸ ਨੂੰ ਅਸੀਂ ਸਾਰੇ ਅੰਡਰਸਟੈਂਡ ਕਰਦੇ ਹਾਂ ਕਿਸ ਤਰੀਕੇ ਨਾਲ ਸਾਡੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੱਖਵਾਦ ਦਾ ਜਿਹੜਾ ਅੱਗ ਹੈ ਉਹ ਹਜੇ ਵੀ ਨਹੀਂ ਬੁਝਿਆ ਹੈ। ਔਰ ਇਹ ਐਕਚੁਅਲੀ ਜਿਹੜਾ ਹੈ ਸੈਪਰੇਟਿਜ਼ਮ ਜਿਹੜਾ ਹੈ ਇਹ ਐਕਸਟ੍ਰੀਮ ਰੂਪ ਹੈ, ਖੇਤਰਵਾਦ ਦਾ ਹੀ ਬਹੁਤ ਤਿੱਖਾ ਰੂਪ ਹੈ, ਜਿਸ ਦੇ ਨੂੰ ਕੀ ਕਰਦੇ ਦੇਖਦੇ ਹੋਏ ਖੇਤਰਵਾਦ ਤੋਂ ਇਹ ਵੱਖਵਾਦ ਦਾ ਰੂਪ ਧਾਰਨ ਕਰ ਲੈਂਦਾ ਹੈ। ਔਰ ਇਸ ਦੇ ਵਿੱਚ ਜਿਹੜੇ ਉਸ ਖਾਸ ਏਰੀਆ ਦੇ ਜਿਹੜੇ ਲੋਕ ਹੈਗੇ ਉਹ ਦੇਸ਼ ਤੋਂ ਵੱਖ ਹੋ ਕੇ ਇੱਕ ਸੁਤੰਤਰ ਰਾਜ ਦੀ ਮੰਗ ਕਰਦੇ ਆ। ਉਹ ਚਾਹੁੰਦੇ ਕਿ ਵੀ ਉਹ ਦੇਸ਼ ਤੋਂ ਅਲੱਗ ਹੋ ਕੇ ਇੱਕ ਪ੍ਰਭੂਸੱਤਾ ਸੰਪੰਨ ਅਲੱਗ ਰਾਜ ਸਥਾਪਿਤ ਕਰਨ ਅਤੇ ਉਸ ਦੇ ਉਦੇਸ਼ ਦੀ ਪੂਰਤੀ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਆ, ਜਿਸ ਦੇ ਵਿੱਚ ਲੋਕਤੰਤਰਿਕ ਜਿਹੜੇ ਢੰਗ ਹੈਗੇ, ਵਿਧੀਆਂ ਹੈਗੀਆਂ ਉਹ ਤਾਂ ਸ਼ਾਮਿਲ ਹੈ ਹੀ ਹੈ, ਪਰ ਇਸ ਦੇ ਨਾਲ ਨਾਲ ਅਲੋਕਤੰਤਰਿਕ ਵਿਧੀਆਂ ਨੂੰ ਵੀ ਸ਼ਾਮਿਲ ਕਰ ਲੈਂਦੇ ਨੇ। ਉਗਰਵਾਦ ਇੱਕ ਇਸ ਦਾ ਇੱਕ ਬਹੁਤ ਵੱਡਾ ਸਿੱਟਾ ਹੈ। ਅਸੀਂ ਦੇਖਦੇ ਹਾਂ ਕਿਸ ਤਰੀਕੇ ਨਾਲ ਕਸ਼ਮੀਰ ਦੇ ਵਿੱਚ, ਜੰਮੂ ਕਸ਼ਮੀਰ ਦੇ ਵਿੱਚ ਵੱਖਵਾਦ ਦਾ ਜਿਹੜਾ ਤਿੱਖਾ ਰੂਪ ਹੈ ਬਹੁਤ ਸਾਲਾਂ ਤੋਂ ਚੱਲਦਾ ਆ ਰਿਹਾ। ਉਸ ਤੋਂ ਇਲਾਵਾ ਉੱਤਰੀ ਪੂਰਬੀ ਰਾਜਾਂ ਦੇ ਵਿੱਚ ਵੀ ਇਹ ਹੈ, ਜੋ ਕਿ ਸਾਡੇ ਦੇਸ਼ ਦੇ ਲੋਕਤੰਤਰ ਨੂੰ ਬਹੁਤ ਪ੍ਰਭਾਵਿਤ ਕਰਦਾ ਪਿਆ। ਅਤੇ ਇਹ ਦੇਸ਼ ਦੇ ਲਈ ਬੜੇ ਹੀ ਖਤਰੇ ਦੀ ਨਿਸ਼ਾਨੀ ਹੈ। ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਇਹ ਬਹੁਤ ਵੱਡਾ ਖਤਰਾ ਹੈ। ਅਤੇ ਦੋਸਤੋ, ਇਸ ਵੀਡੀਓ ਦੇ ਵਿੱਚ ਹੁਣ ਆਪਾਂ ਅੱਗੇ ਵੱਧਦੇ ਹਾਂ ਔਰ ਇਹਨੂੰ ਫੁੱਲ ਫਲੈਸ਼ ਸ਼ੁਰੂ ਕਰਦੇ ਹਾਂ। ਦੇਖਦੇ ਕੀ ਲਿਖਿਆ। ਵੱਖਵਾਦ ਕੀ ਹੈ? ਵੱਖਵਾਦ ਖੇਤਰਵਾਦ ਦਾ ਹੀ ਇੱਕ ਆਕਰਮਕ ਰੂਪ ਹੈ। ਵੱਖਵਾਦ ਦੇ ਅਧੀਨ ਦੇਸ਼ ਦੇ ਖਾਸ ਹਿੱਸੇ ਵਿੱਚ ਵਸੇ ਹੋਏ ਲੋਕ ਦੇਸ਼ ਤੋਂ ਅਲੱਗ ਹੋ ਕੇ ਇੱਕ ਪ੍ਰਭੂਸੱਤਾ ਸੰਪੰਨ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਹਨ। ਇਸ ਉਦੇਸ਼ ਨੂੰ ਪ੍ਰਾਪਤ ਕਰਨ ਲਈ ਉਹ ਹਰ ਤਰ੍ਹਾਂ ਦੀਆਂ ਉਪਾਵਾਂ ਕਰਦੇ ਆ, ਸਹਾਰਾ ਲੈਂਦੇ ਹਨ, ਉਪਾਵਾਂ ਕਰਦੇ ਹਨ ਜਾਂ ਸਹਾਰਾ ਲੈਂਦੇ ਹਨ, ਜਿਵੇਂ ਕਿ ਲੋਕਤੰਤਰਿਕ ਵਿਧੀਆਂ 'ਤੇ ਅਪਣਾਉਂਦੇ ਆ, ਅਲੋਕਤੰਤਰੀ, ਸ਼ਾਂਤਮਈ ਅੰਦੋਲਨ, ਅਹਿੰਸਕ ਅੰਦੋਲਨ, ਜਿਸ ਦੇ ਵਿੱਚ ਸਾਰੀ ਚੀਜ਼ਾਂ ਸ਼ਾਮਿਲ ਹੋ ਜਾਂਦੀਆਂ ਨੇ, ਜਿਵੇਂ ਕਿ ਇੱਕ ਡੈਲੀਗੇਸ਼ਨ ਦੇ ਰੂਪ ਵਿੱਚ ਮੰਗ ਨੂੰ ਰਿਪ੍ਰੈਜ਼ੈਂਟ ਕਰਨਾ, ਜਾਂ ਫਿਰ ਬੰਦ ਹੜਤਾਲਾਂ ਜਾਂ ਫਿਰ ਬਾਈਕਾਟ ਵਗੈਰਾ ਕਰਨਾ, ਸਰਕਾਰ ਦੇ ਨਾਲ ਸਿੱਧੇ ਤੌਰ 'ਤੇ ਸੜਕ 'ਤੇ ਆ ਕੇ ਸਟ੍ਰਾਈਕਸ ਔਰ ਹੜਤਾਲਾਂ ਕਰਨੀਆਂ, ਔਰ ਉਸ ਤੋਂ ਬਾਅਦ ਗੁਪਤ ਰੂਪ ਦੇ ਵਿੱਚ ਬੰਦੂਕਬੰਦ ਕ੍ਰਾਂਤੀ ਕਰਨੀ ਜਾਂ ਫਿਰ ਉਗਰਵਾਦ ਕਰਨਾ। ਸਾਡੇ ਦੇਸ਼ ਦੇ ਵਿੱਚ ਅਸੀਂ ਨਾਰਥ ਈਸਟ ਦੇ ਵਿੱਚ ਅਤੇ ਜੰਮੂ ਕਸ਼ਮੀਰ ਦੇ ਵਿੱਚ ਇਸ ਵੇਲੇ ਦੇਖ ਰਹੇ ਹਾਂ। ਕੁਛ ਸਾਲ ਪਹਿਲਾਂ ਇੱਥੇ ਸਾਡੇ ਪੰਜਾਬ ਦੇ ਵਿੱਚ ਵੀ ਕੁਛ ਵੱਖਵਾਦ ਰਵੱਈਆ ਸੀਗਾ, ਜਿਸ ਉਗਰਵਾਦ ਦੇ ਟਾਈਮ 'ਚ ਤੁਹਾਨੂੰ ਇਸ ਸਾਰੀ ਚੀਜ਼ਾਂ ਦਾ ਪਤਾ ਹੀ ਹੋਏਗਾ ਕੁਛ ਨਾ ਕੁਛ, ਰਾਈਟ। ਅੱਗੇ ਵਧਦੇ ਦੋਸਤੋ। ਦੇਖੋ, ਇੰਡੀਆ, ਬ੍ਰੋਕਨ ਫਿਊਚਰ ਆਫ ਇੰਡੀਆ। ਇਹ ਦੇਖੀਏ ਤਾਂ ਇੰਡੀਆ ਇੱਕ ਬਹੁਤ ਵੱਡਾ ਦੇਸ਼ ਹੁੰਦਾ ਸੀ ਪਹਿਲਾਂ, ਅੰਗਰੇਜ਼ਾਂ ਦਾ ਟਾਈਮ ਤੋਂ, ਜਾਂ ਫਿਰ ਅਕਬਰ ਦੇ ਟਾਈਮ ਦੀ ਗੱਲ ਕਰਦੇ ਹਾਂ, ਜਾਂ ਫਿਰ ਮੌਰਯ ਸਾਮਰਾਜ ਦੇ ਟਾਈਮ 'ਚ, ਚੰਦਰਗੁਪਤ ਮੌਰਯ, ਅਸ਼ੋਕ ਮੌਰਯ ਦੇ ਟਾਈਮ 'ਚ ਇਹ ਜਿਹੜੀ ਸਾਡੀ ਬਾਉਂਡਰੀ ਸੀ ਉਹ ਈਰਾਨ ਤੱਕ ਫੈਲੀ ਹੋਈ ਸੀ। ਈਰਾਨ ਦੇ ਕੁਛ ਹਿੱਸੇ ਵੀ ਸਾਡੇ ਦੇਸ਼ ਦੇ ਵਿੱਚ ਸ਼ਾਮਿਲ ਸਨ। ਇਸ ਦੇ ਇਲਾਵਾ ਮਿਆਂਮਾਰ, ਜਿਹੜਾ ਕਿ ਜਿਸ ਨੂੰ ਕਿ ਬਰਮਾ ਕਹਿੰਦੇ ਹੈ, ਜਾਂ ਫਿਰ ਸ਼੍ਰੀਲੰਕਾ ਵਗੈਰਾ, ਇਹ ਸਾਰਾ ਸ਼ਾਮਿਲ ਸੀਗਾ। ਪਰ ਇਹ ਹੌਲੀ ਹੌਲੀ ਇਸ ਦੀ ਬਾਉਂਡਰੀ ਸਿਕੜਦੀ ਰਹਿ ਗਈ। ਹੁਣ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਔਰ ਜਦੋਂ ਅੰਗਰੇਜ਼ਾਂ ਨੇ ਡਿਵਾਈਡ ਐਂਡ ਰੂਲ ਦੀ ਪੋਲਿਸੀ ਅਪਣਾਈ, ਜਿਸ ਦੇ ਕਾਰਨ ਦੇਸ਼ ਦੇ ਟੁਕੜੇ ਹੋਏ। ਅੰਗਰੇਜ਼ਾਂ ਨੇ ਸਭ ਤੋਂ ਪਹਿਲਾਂ ਬਰਮਾ ਨੂੰ ਅਲੱਗ ਕੀਤਾ, ਫਿਰ ਉਸ ਤੋਂ ਬਾਅਦ ਹੁਣ ਆਜ਼ਾਦੀ ਦੇ ਵੇਲੇ ਪਾਕਿਸਤਾਨ ਅਲੱਗ ਹੋਇਆ। ਅਤੇ ਇਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ, ਜਾਂ ਉਸ ਤੋਂ ਪਹਿਲਾਂ ਜੇ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਭਾਰਤ ਦੇ ਵਿੱਚ ਬਹੁਤ ਸਾਰੇ ਰਾਜ ਸੀਗੇ। ਜਦੋਂ ਦੇਸ਼ ਆਜ਼ਾਦ ਹੋਇਆ ਉਸ ਵੇਲੇ ਤਕਰੀਬਨ 550 ਤੋਂ ਜ਼ਿਆਦਾ ਛੋਟੀ ਦੇਸ਼ ਦੇ ਵਿੱਚ ਸਾਡੇ ਰਿਆਸਤਾਂ ਸੀਗੀਆਂ, ਜਿਹੜੇ ਕਿ ਇੰਡੀਪੈਂਡੈਂਟ ਸੋਵਰਨ ਸਟੇਟ ਸੀਗੇ। ਅਤੇ ਇਸ ਨਕਸ਼ੇ ਦੇ ਵਿੱਚ ਵੀ ਇਹੀ ਗੱਲਾਂ ਜ਼ਾਹਿਰ ਹੋ ਰਹੀਆਂ ਕਿਸ ਤਰੀਕੇ ਨਾਲ ਪਾਕਿਸਤਾਨ ਦੀ ਡਿਮਾਂਡ ਸੀਗੀ, ਕਿਸ ਤਰ੍ਹਾਂ ਇਹ ਖਾਲਿਸਤਾਨ ਨੂੰ ਰਿਪ੍ਰੈਜ਼ੈਂਟ ਕਰਦਾ। ਇੱਧਰ ਈਸਟ ਦੇ ਵਿੱਚ ਅਸਾਮ, ਇੱਧਰ ਹੈ ਬੰਗਾਲ, ਇੱਧਰ ਹੈਦਰਾਬਾਦ ਦੱਖਣ ਦੇ ਵਿੱਚ, ਉਸ ਤੋਂ ਬਾਅਦ ਕਰਨਾਟਕਾ ਸਟੇਟ, ਤਮਿਲਨਾਡੂ ਸਟੇਟ, ਕੇਰਲਾ ਸਟੇਟ। ਇਹ ਇਸ ਤਰੀਕੇ ਨਾਲ ਅਗਰ ਦੇਖਿਆ ਜਾਏ ਤਾਂ ਦੇਸ਼
ਦੇ ਏਕਤਾ ਅਖੰਡਤਾ ਨੂੰ ਇਹ ਜਿਹੜਾ ਵੱਖਵਾਦ ਹੈ ਬੜਾ ਖਤਰਾ ਹੈ। ਔਰ ਫਿਊਚਰ ਜੇ ਅਲੱਗ-ਅਲੱਗ ਵੱਖਵਾਦ ਦੀ ਔਰ ਖੇਤਰਵਾਦ ਦਾ ਦੀਵਾਨ ਇਸ ਤਰ੍ਹਾਂ ਹੀ ਉੱਠਦਾ ਰਿਹਾ ਅਤੇ ਫਿਊਚਰ ਜਿਹੜਾ ਇੰਡੀਆ ਦਾ ਹੋਏਗਾ ਉਹ ਬਰੋਕਨ ਹੋਏਗਾ, ਟੁੱਟਿਆ ਹੋਇਆ ਹੋਏਗਾ। ਅਤੇ ਸਾਨੂੰ ਇਸ ਖਤਰੇ ਤੋਂ ਆਗਾਹ ਰਹਿਣਾ ਚਾਹੀਦਾ ਔਰ ਆਉਣ ਵਾਲੇ ਸਮੇਂ ਲਈ ਸਾਨੂੰ ਤਿਆਰੀਆਂ ਹੁਣ ਤੋਂ ਹੀ ਕਰ ਲੈਣੀਆਂ ਚਾਹੀਦੀਆਂ। ਦੇਖਦੇ ਹਾਂ, ਇਹ ਦੇਖੋ ਇੰਡੀਆ ਕੁਇਟ ਖਾਲਿਸਤਾਨ ਐਂਡ ਕਸ਼ਮੀਰ, ਇਹ ਡਿਮਾਂਡਸ ਹੈ ਕੁਛ ਜਿਹੜੇ ਕਿ ਆਪਾਂ ਦੇਖ ਸਕਦੇ ਹਾਂ ਕਿਸ ਤਰੀਕੇ ਨਾਲ ਪਿਕਚਰ 'ਚ ਰਿਪਰੈਜ਼ੈਂਟ ਕਰਦਾ ਪਿਆ ਇਹ ਫੋਟੋ 'ਚ। ਉਸ ਤੋਂ ਬਾਅਦ ਹੈ ਵੱਖਵਾਦ ਦੇ ਕਾਰਨ ਵਜੋਂ ਦੇਸ਼ ਦਾ ਅਤੇ ਲੋਕਾਂ ਦਾ ਬਹੁਤ ਸਾਰਾ ਜਾਨੀ ਮਾਲੀ ਨੁਕਸਾਨ ਹੁੰਦਾ। ਯੈਸ ਓਬਵੀਅਸ ਹੈ, ਜਦੋਂ ਹੜਤਾਲਾਂ ਹੋਣਗੀਆਂ, ਜਦੋਂ ਉਗਰਵਾਦ ਹੋਏਗਾ ਅਤੇ ਪੀਸਫੁਲ ਨਹੀਂ ਹੋਏਗਾ ਸਮਾਜ, ਅਤੇ ਜਿਹੜੇ ਇਕਨੋਮਿਕ ਸਾਧਨ ਹੈ ਜਾਂ ਸੰਸਕ੍ਰਿਤਿਕ ਸਾਧਨ ਹੈ ਜਾਂ ਜਿਹੜੀ ਡਿਵੈਲਪਮੈਂਟ ਹੋਏਗੀ ਉਹ ਰੁਕ ਜਾਏਗੀ। ਕੋਈ ਬੰਦਾ ਕੰਮ ਨਹੀਂ ਕਰ ਰਿਹਾ ਹੋਏਗਾ ਅਤੇ ਉਸ ਸਿਚੁਏਸ਼ਨ 'ਚ ਵਿਕਾਸ ਰੁਕ ਜਾਏਗਾ ਔਰ ਦੇਸ਼ ਦਾ ਜਿਹੜਾ ਵਿਕਾਸ ਪ੍ਰਭਾਵਿਤ ਹੋਏਗਾ ਅਤੇ ਜਾਨੀ ਮਾਲੀ ਨੁਕਸਾਨ ਹੁੰਦਾ। ਤੁਹਾਨੂੰ ਪਤਾ ਹੀ ਹੈ, ਪੁਲਿਸ ਦਾ ਵੀ ਸਾਡੇ ਜਿਹੜੇ ਆਰਮੀ ਪਰਸਨਲਸ ਹੁੰਦੇ ਨੇ ਔਰ ਪੁਲਿਸ ਨੌਜਵਾਨ ਹੁੰਦੇ ਨੇ ਕਿਸ ਤਰ੍ਹਾਂ ਇਸ ਗਤੀਵਿਧੀਆਂ 'ਚ ਸ਼ਹੀਦ ਹੁੰਦੇ ਨੇ। ਇਸ ਦੇ ਨਾਲ ਨਾਲ ਜਿਹੜੇ ਸਾਡੇ ਆਪਣੇ ਭਰਾ ਜਿਹੜੇ ਕਿ ਸਾਡੇ ਦੇਸ਼ ਤੋਂ ਅਲੱਗ ਹੋਣ ਦੀ ਮੰਗ ਕਰਦੇ ਆ, ਉਹ ਉਗਰਵਾਦ ਔਰ ਐਕਸਟ੍ਰੀਮਿਸਟ ਬਣ ਜਾਂਦੇ ਨੇ, ਜਿਸ ਕਰਕੇ ਉਹਨਾਂ ਦੀ ਜਾਨ ਦਾ ਵੀ ਨੁਕਸਾਨ ਹੁੰਦਾ ਹੈ। ਇਸ ਵੇਲੇ ਅਗਰ ਦੇਖੀਏ ਅਸੀਂ ਤਾਂ ਉੱਤਰੀ ਪੂਰਬੀ ਰਾਜਾਂ 'ਚ ਜਿਵੇਂ ਕਿ ਜੰਮੂ ਕਸ਼ਮੀਰ ਹੋ ਗਿਆ, ਉੱਤਰੀ ਪੂਰਬੀ ਰਾਜ ਜਿਵੇਂ ਕਿ ਅਸਾਮ ਔਰ ਨਾਗਾਲੈਂਡ ਵਗੈਰਾ ਹੋ ਗਿਆ, ਮਣੀਪੁਰ, ਮਿਜ਼ੋਰਮ ਵਗੈਰਾ, ਉਹਨਾਂ 'ਚ ਕਿਤੇ ਕਿਤੇ ਇਹਨਾਂ ਚੀਜ਼ ਦੀ ਡਿਮਾਂਡ ਹੈ। ਅੱਗੇ ਚੱਲਦੇ ਕਿ ਦੇਖਦੇ ਹਾਂ ਕੀ ਕਹਿੰਦੇ ਕਿ ਖੇਤਰਵਾਦ ਦੇ ਪੱਖ ਵਿੱਚ ਵੱਖਵਾਦੀ ਤਾਕਤਾਂ ਹਿੰਸਕ ਅੰਦੋਲਨ ਰਾਹੀਂ ਦੇਸ਼ ਦੀ ਏਕਤਾ ਅਖੰਡਤਾ ਨੂੰ ਤੋੜਨ ਦਾ ਯਤਨ ਕਰਦੇ ਰਹੇ ਹਨ। ਨਫ਼ਰਤ ਵੀ ਵੱਧਦੀ ਹੈ ਇਸ ਦੇ ਨਾਲ, ਔਰ ਇਸ ਦੇ ਨਾਲ ਨਾਲ ਵਿਦੇਸ਼ੀ ਤਾਕਤ ਦਾ ਹੱਥ ਹੁੰਦਾ ਹੈ, ਉਹਨਾਂ ਨੂੰ ਵੀ ਮੌਕਾ ਮਿਲ ਜਾਂਦਾ ਸਾਡੇ ਆਂਤਰਿਕ ਮਾਮਲੇ 'ਚ ਦਖਲਅੰਦਾਜ਼ੀ ਕਰਨ ਦਾ, ਡਾਇਰੈਕਟ ਜਾਂ ਇਨਡਾਇਰੈਕਟ ਰੂਪ 'ਚ। ਔਰ ਆਪਣੇ ਮਕਸਦ ਦੀ ਪੂਰਤੀ ਕਰਨ ਲਈ ਇਹ ਵੱਖਵਾਦੀ ਲੋਕ ਜਿਹੜੇ ਹੁੰਦੇ ਨੇ ਇਹ ਪੈਸੇ, ਹਥਿਆਰ, ਹਰ ਤਰ੍ਹਾਂ ਦੇ ਸਾਧਨ ਦਾ ਇਸਤੇਮਾਲ ਕਰਦੇ ਆ ਔਰ ਜਿੱਥੇ ਹੋ ਸਕਦਾ ਹੈ ਦੂਸਰੇ ਦੇਸ਼ਾਂ ਤੋਂ ਜਿਹੜੇ ਸਾਡੇ ਦੇਸ਼ ਦੇ ਦੁਸ਼ਮਣ ਨੇ ਉਹਨਾਂ ਤੋਂ ਵੀ ਇਹ ਹੱਥ ਮਿਲਾਉਂਦੇ ਨੇ ਅਤੇ ਉਹਨਾਂ ਤੋਂ ਉਹ ਵੀ ਇਸ ਚੀਜ਼ ਦਾ ਇਸਤੇਮਾਲ ਸਾਡੇ ਦੇਸ਼ ਦੇ ਖਿਲਾਫ ਕਰਦੇ ਨੇ। ਅੱਗੇ ਚੱਲਦੇ ਹਾਂ, ਵੱਖਵਾਦ ਦਾ ਲੋਕਤੰਤਰ 'ਤੇ ਪ੍ਰਭਾਵ। ਅਗਰ ਦੇਸ਼ 'ਤੇ ਵੱਖਵਾਦ ਦੇ ਪ੍ਰਭਾਵ ਦੀ ਗੱਲ ਕਰਦੇ ਤਾਂ ਸਭ ਤੋਂ ਪਹਿਲੀ ਗੱਲ ਹੈ ਕਿ ਦੇਸ਼ ਦੇ ਏਕਤਾ ਅਤੇ ਅਖੰਡਤਾ ਨੂੰ ਖਤਰਾ ਹੁੰਦਾ ਹੈ। ਦੇਸ਼ ਦੇ ਏਕਤਾ ਅਤੇ ਅਖੰਡਤਾ ਨੂੰ ਖਤਰਾ ਹੈ। ਅਸੀਂ ਭਾਰਤ ਜਿਹੜਾ ਇੱਕ ਬਹੁਤ ਵੱਡਾ ਦੇਸ਼ ਹੈ, ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਵੀ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਿਕ ਦੇਸ਼ ਹੈਗੇ। ਸਾਡੀ ਆਬਾਦੀ ਤਕਰੀਬਨ 140 ਕਰੋੜ ਦੇ ਕਰੀਬ ਹੋ ਗਈ। ਚਾਈਨਾ ਤੋਂ ਬਾਅਦ ਅਸੀਂ ਦੂਸਰੇ ਨੰਬਰ 'ਤੇ ਆਬਾਦੀ ਦੇ ਮਾਮਲੇ 'ਚ ਆਉਂਦੇ ਹਾਂ ਔਰ ਸਾਡੀ ਆਬਾਦੀ ਵੀ ਜਿਹੜੀ ਹੈ ਇਹ ਬਹੁਪੱਖੀ ਹੈ। ਅਸੀਂ ਇੱਥੇ ਬਹੁਵਾਦੀ ਰਿਲੀਜਨ ਹੈ, ਬਹੁ ਸੰਸਕ੍ਰਿਤੀ ਹੈ, ਮਲਟੀ ਰਿਲੀਜੀਅਸ, ਮਲਟੀ ਲਿੰਗੁਅਲ ਕੰਟਰੀ ਅਸੀਂ ਹੈਗੇ ਅਤੇ ਮਲਟੀ ਰੇਸ਼ੀਅਲ ਵੀ ਹੈਗੇ। ਅਤੇ ਹਰ ਇੱਕ ਹਿੱਸੇ ਦੇ ਵਿੱਚ ਕੋਈ ਨਾ ਕੋਈ ਅਗਰ ਇਸ ਤਰੀਕੇ ਨਾਲ ਅੰਦੋਲਨ ਚੱਲਦਾ ਰਹੇਗਾ, ਆਪਣੇ ਆਪ ਨੂੰ ਡਿਮਾਂਡ ਕਰਦੇ ਰਹਿਣਗੇ, ਮੰਗਦੇ ਰਹਿਣਗੇ ਅਲੱਗ ਹਿੱਸਾ ਜਾਂ ਅਲੱਗ ਰਾਜ, ਅਤੇ ਇਸ ਤਰੀਕੇ ਨਾਲ ਦੇਸ਼ ਦੇ ਏਕਤਾ ਨੂੰ ਬੜਾ ਖਤਰਾ ਹੋਏਗਾ। ਅਤੇ ਇਸ ਲਈ ਜ਼ਰੂਰੀ ਹੈ ਕਿ ਇਹਨਾਂ ਚੀਜ਼ਾਂ ਨੂੰ ਸਖਤੀ ਨਾਲ ਨਜਿੱਠਿਆ ਜਾਵੇ। ਅਗਲਾ ਪੁਆਇੰਟ ਹੈ ਦੇਸ਼ ਦੀ ਅਰਥ ਵਿਵਸਥਾ 'ਤੇ ਬੁਰੇ ਪ੍ਰਭਾਵ। ਹੁਣ ਸਾਡੀ ਅਰਥ ਵਿਵਸਥਾ ਦੀ ਗੱਲ ਕਰਦੇ ਹਾਂ, ਅਤੇ ਜਦੋਂ ਦੇਸ਼ ਦੇ ਵਿੱਚ ਸ਼ਾਂਤੀ ਰਹੇਗੀ ਅਤੇ ਕੰਮ ਹੋਏਗਾ। ਕਿਤੇ ਵੀ ਸ਼ਾਂਤੀ ਹੁੰਦੀ ਅਤੇ ਵਿਕਾਸ ਹੁੰਦਾ। ਜੇ ਸ਼ਾਂਤੀ ਹੀ ਨਹੀਂ ਹੈ ਅਤੇ ਸ਼ਾਂਤੀ ਭੰਗ ਹੁੰਦੀ ਹੈ ਅਤੇ ਕੀ ਹੁੰਦਾ, ਵੱਖ ਵੱਖ ਘਟਨਾਵਾਂ ਘਟਦੀਆਂ ਅਤੇ ਲੋਕ ਫਿਰ ਕੰਮ ਕਰਨ ਤੋਂ ਵੀ ਘਬਰਾਉਂਦੇ ਨੇ, ਬਾਹਰ ਜਾਣ ਤੋਂ ਘਬਰਾਉਂਦੇ ਨੇ, ਪੈਸਾ ਲਗਾਉਣ 'ਤੇ ਘਬਰਾਉਂਦੇ ਨੇ, ਪਤੀ ਜਿਹੜੇ ਹੁੰਦੇ ਉਹ ਵੀ ਪੈਸਾ ਲਗਾਉਣ ਤੋਂ ਘਬਰਾਉਂਦੇ ਨੇ ਔਰ ਪੂੰਜੀ ਦੇ ਨਿਵੇਸ਼ 'ਤੇ ਵੀ ਮਾੜਾ ਅਸਰ ਪੈਂਦਾ। ਕੋਈ ਬਾਹਰਲੇ ਦੇਸ਼ਾਂ ਤੋਂ ਜੇ ਫੋਰਨ ਡਾਇਰੈਕਟ ਇਨਵੈਸਟਮੈਂਟ FDI ਦੇ ਰੂਪ ਦੇ ਵਿੱਚ ਆਉਂਦਾ ਤਾਂ ਉਹ ਵੀ ਲੋਕ ਤਿਆਰ ਨਹੀਂ ਹੁੰਦੇ ਜਲਦੀ ਕਿਤੇ ਜੇ ਸ਼ਾਂਤੀ ਨਾ ਹੋਵੇ। ਅਤੇ ਇਸ ਲਈ ਇਹ ਦੇਸ਼ ਦੀ ਅਰਥ ਵਿਵਸਥਾ 'ਤੇ ਬੁਰਾ ਪ੍ਰਭਾਵ ਪਾਉਂਦੇ ਨੇ। ਅਗਲਾ ਪੁਆਇੰਟ ਹੈ ਦੇਸ਼ ਵਿੱਚ ਆਤੰਕਵਾਦੀ ਗਤੀਵਿਧੀਆਂ ਵਿੱਚ ਵਾਧਾ ਹੁੰਦਾ। ਵੱਖਵਾਦੀ ਸੰਗਠਨਾਂ ਜਿਹੜੀਆਂ ਹੁੰਦੀਆਂ ਉਹ ਹਰ ਤਰ੍ਹਾਂ ਦਾ ਕਦਮ ਚੁੱਕਦੀਆਂ ਨੇ ਆਪਣੇ ਆਪ ਨੂੰ ਪ੍ਰਭੂਸੱਤਾ ਸੰਪੰਨ ਬਣਾਉਣ ਲਈ ਜਾਂ ਦੇਸ਼ ਤੋਂ ਅਲੱਗ ਕਰਨ ਲਈ। ਉਹ ਜੋ ਵੀ ਜਾਇਜ਼ ਨਾਜਾਇਜ਼ ਤਰੀਕੇ ਹੈਗੇ, ਦੂਸਰੇ ਦੇਸ਼ਾਂ ਤੋਂ ਹੈਲਪ ਲੈਣਾ ਵੀ ਸ਼ਾਮਿਲ ਹੈ ਇਹਦੇ 'ਚ, ਇਹ ਸਾਰੀ ਚੀਜ਼ਾਂ ਉਹ ਅਪਣਾਉਂਦੇ ਨੇ ਅਤੇ ਜਿਸ ਦੇ ਕਾਰਨ ਦੇਸ਼ ਦੇ ਵਿੱਚ ਅੱਤਵਾਦੀਆਂ ਗਤੀਵਿਧੀਆਂ ਵੱਧਦੀਆਂ ਨੇ। ਅਗਰ ਅਸੀਂ ਗੱਲ ਕਰਦੇ ਹਾਂ ਤਾਂ ਸਾਡੇ ਦੇਸ਼ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਅੱਤਵਾਦੀ ਗਤੀਵਿਧੀ ਹੁੰਦਾ ਹੀ ਰਹਿੰਦਾ ਹੈ। ਉਸ ਤੋਂ ਇਲਾਵਾ ਵੱਖ ਵੱਖ ਘਟਨਾਵਾਂ ਜਿਹੜੀਆਂ ਹੁੰਦੀਆਂ ਨੇ ਉਹ ਵੀ ਹੋਈਆਂ ਨੇ। ਪਾਕਿਸਤਾਨ ਤੋਂ ਟ੍ਰੇਨਡ ਅੱਤਵਾਦੀ ਆਉਂਦੇ ਨੇ ਸਾਡੇ ਦੇਸ਼ 'ਤੇ, ਸਾਨੂੰ ਪਤਾ ਹੈ ਕਈ ਹਮਲੇ ਹੋਏ ਨੇ ਅਤੇ ਉਹ ਸਾਰੀ ਇਸ ਦੇ ਵਿੱਚ ਸ਼ਾਮਿਲ ਹੈ ਜੋ ਕਿ ਸਾਡੇ ਦੇਸ਼ 'ਤੇ ਔਰ ਉਸ ਏਰੀਆ, ਖਾਸ ਏਰੀਆ ਜਿੱਥੇ ਕਿ ਇਹ ਸਭ ਕੁਛ ਹੋ ਰਿਹਾ ਹੁੰਦਾ ਉੱਤੇ ਬਹੁਤ ਮਾੜਾ ਅਸਰ ਪਾਉਂਦਾ ਹੈ।
ਅੱਗੇ ਦੇਸ਼ ਦੀ ਸੁਰੱਖਿਆ ਸੈਨਾਵਾਂ ਉੱਤੇ ਦਬਾਅ ਪੈਂਦਾ ਹੈ। ਸੁਰੱਖਿਆ ਸੈਨਾਵਾਂ ਦੋਨੇ ਪਾਸੇ ਪਿਸਦੀਆਂ, ਇੱਕ ਤਾਂ ਹਿਊਮਨ ਰਾਈਟਸ ਕਮਿਸ਼ਨ ਦੇ ਪਾਸਿਓਂ ਤਾਂ ਹੁੰਦਾ ਹੀ ਹੁੰਦਾ, ਦੂਸਰਾ ਕਿ ਵੀ ਉਸ ਨੂੰ ਆਪਣੇ ਹੀ ਖੇਤਰ ਦੇ ਆਪਣੇ ਹੀ ਦੇਸ਼ ਦੇ ਲੋਕਾਂ ਨਾਲ ਲੜਾਈ ਲੜਨੀ ਪੈਂਦੀ ਹੈ, ਔਰ ਜੋ ਡਿਊਟੀਆਂ ਉਹ ਇਮਾਨਦਾਰੀ ਨਾਲ ਨਿਭਾਉਣਾ ਚਾਹੁੰਦੇ ਨੇ ਔਰ ਕੰਮ ਕਰਦੇ ਨੇ, ਉਹਨਾਂ ਨੂੰ ਵੀ ਉਸ ਆਪਣੀ ਪੋਜੀਸ਼ਨ ਦੇ ਉੱਤੇ ਜਿੱਥੇ ਵੀ ਉਹ ਤਾਇਨਾਤ ਨੇ ਉਹਨਾਂ ਨੂੰ ਤਿਆਰ ਰਹਿਣਾ ਪੈਂਦਾ ਹੈ। ਅਤੇ ਉਹ ਉਹਨਾਂ ਨੂੰ ਜੋ ਸਹੀ ਦੁਸ਼ਮਣ ਹੈ ਔਰ ਜੋ ਦੇਸ਼ ਦਾ ਗੱਦਾਰ ਹੈ ਉਸਦਾ ਸਹੀ ਤਰੀਕੇ ਨਾਲ ਪਤਾ ਨਹੀਂ ਹੁੰਦਾ ਹੈ, ਅਤੇ ਉਹ ਹਮੇਸ਼ਾ ਇੱਕ ਲੜਾਈ ਵਾਲੀ ਸਥਿਤੀ 'ਚ ਰਹਿੰਦੇ, ਵਾਰ ਲਾਈਕ ਸਿਚੁਏਸ਼ਨ ਉਹਨਾਂ ਲਈ ਪੈਦਾ ਹੋ ਜਾਂਦੀ ਹੈ ਜਿਸ ਏਰੀਆ ਦੇ ਵਿੱਚ ਉਹਨਾਂ ਦੀ ਪੋਸਟਿੰਗ ਹੁੰਦੀ ਹੈ। ਇਸ ਤਰ੍ਹਾਂ ਅਗਰ ਉਹ ਅੱਤਵਾਦੀ ਗ੍ਰਸਤ ਏਰੀਆ ਹੈ ਅਤੇ ਉਹ ਬੜੇ ਦਬਾਅ 'ਚ ਰਹਿੰਦੇ ਨੇ, ਅਤੇ ਜਦੋਂ ਦਬਾਅ 'ਚ ਰਹਿੰਦੇ ਹਨ ਅਤੇ ਫਿਰ ਉਸ ਦਬਾਅ ਦਾ ਅਸਰ ਉਸ ਏਰੀਆ 'ਤੇ ਵੀ ਪੈਂਦਾ ਹੈ। ਅਗਲਾ ਪੁਆਇੰਟ ਹੈ ਗੁਆਂਢੀ ਦੇਸ਼ਾਂ ਨਾਲ ਸੰਬੰਧਾਂ 'ਤੇ ਮਾੜਾ ਅਸਰ। ਉਗਰਵਾਦ ਕਰਕੇ ਗੁਆਂਢੀ ਦੇਸ਼ਾਂ ਨਾਲ ਵੀ ਸੰਬੰਧ ਮਾੜੇ ਪੈਂਦੇ, ਕਿਉਂਕਿ ਕਿਤੇ ਨਾ ਕਿਤੇ ਜਿਹੜੇ ਉਗਰਵਾਦੀ ਹੁੰਦੇ ਕਿਸੇ ਤਰੀਕੇ ਨਾਲ ਵੀ ਗੁਆਂਢੀ ਦੇਸ਼ਾਂ ਦੇ ਵਿੱਚ ਜਾ ਕੇ ਆਪਣਾ ਅੱਡਾ ਬਣਾਉਂਦੇ ਜਾਂ ਫਿਰ ਛੁਪ ਜਾਂਦੇ ਜਾਂ ਫਿਰ ਉਹਨਾਂ ਤੋਂ ਹੈਲਪ ਲੈਂਦੇ, ਅਤੇ ਇਹਨਾਂ ਚੀਜ਼ਾਂ ਦਾ ਜਦੋਂ ਪਤਾ ਲੱਗਦਾ ਹੈ ਅਤੇ ਉਸ ਦੇਸ਼ ਨਾਲ ਮਾੜਾ ਅਸਰ ਸੰਬੰਧਾਂ 'ਤੇ ਪੈਣਾ ਸ਼ੁਰੂ ਹੋ ਜਾਂਦਾ, ਵਪਾਰਿਕ ਸੰਬੰਧ, ਆਰਥਿਕ ਸੰਬੰਧ, ਅਤੇ ਇਸ ਦੇ ਨਾਲ ਨਾਲ ਰਾਜਨੀਤਿਕ ਸੰਬੰਧ ਵੀ ਸਾਡੇ ਵਿਗੜਨੇ ਸ਼ੁਰੂ ਹੋ ਜਾਂਦੇ ਆ। ਇਹ ਵੱਖਵਾਦ ਦਾ ਇੱਕ ਅਸਰ ਹੈ। ਉਸ ਤੋਂ ਬਾਅਦ ਦੇਸ਼ ਦੀ ਅੰਦਰੂਨੀ ਸ਼ਾਂਤੀ 'ਤੇ ਮਾੜਾ ਪ੍ਰਭਾਵ ਪੈਂਦਾ। ਦੇਸ਼ ਦੇ ਵਿੱਚ ਅਗਰ ਪਰਟੀਕੂਲਰ ਏਰੀਆ ਹੈ, ਖਾਸ ਕਰਕੇ ਇੰਡੀਆ ਦੀ ਗੱਲ ਕਰੀਏ ਅਤੇ ਜਿਵੇਂ ਕਿ ਕਸ਼ਮੀਰ ਦੇ ਵਿੱਚ ਜ਼ਿਆਦਾਤਰ ਮੈਜੋਰਟੀ ਦੇ ਲੋਕ ਜਿਹੜੇ ਮੁਸਲਮਾਨ ਹੈਗੇ ਉਹ ਅਲੱਗ ਦੇਸ਼ ਦੀ ਮੰਗ ਕਰਦੇ ਪਏ, ਅਲੱਗ ਕਸ਼ਮੀਰ ਦੀ ਮੰਗ ਕਰਦੇ ਪਏ, ਅਤੇ ਇਸ ਦੇ ਨਾਲ ਸਿਰਫ ਮੁਸਲਮਾਨਾਂ ਦੀ ਇੱਕ ਛਵੀ ਇਸ ਏਰੀਆ 'ਚ ਖਰਾਬ ਨਹੀਂ ਹੁੰਦੀ, ਦੇਸ਼ ਦੇ ਬਾਕੀ ਹਿੱਸੇ 'ਚ ਵੀ ਖਰਾਬ ਹੁੰਦੀ ਹੈ, ਅਤੇ ਹੋਰ ਪਾਸੇ ਵੀ ਇਹਨਾਂ ਨੂੰ ਗਲਤ ਨਜ਼ਰੀਏ ਨਾਲ ਦੇਖਿਆ ਜਾਂਦਾ, ਜਿਸ ਦੇ ਨਾਲ ਉਹ ਉਸ ਏਰੀਆ ਦੇ ਵਿੱਚ ਵੀ ਸ਼ਾਂਤੀ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਉਸ ਤੋਂ ਬਾਅਦ ਦੇਸ਼ ਦੇ ਧਾਰਮਿਕ ਸੁਹਾਰਦ 'ਤੇ ਮਾੜਾ ਪੈਂਦਾ। ਹੁਣ ਕਿਉਂਕਿ ਇਹ ਧਾਰਮਿਕ ਪੁਆਇੰਟ ਆਫ ਵਿਊ ਤੋਂ ਇੱਕ ਜੁੱਟ ਲੋਕਾਂ ਨੇ ਇਹਨੂੰ ਮੰਗਿਆ ਹੈ ਅਤੇ ਉਸ ਦਾ ਮਾੜਾ ਅਸਰ ਹੁੰਦਾ। ਹੁਣ ਖਾਲਿਸਤਾਨ ਦੀ ਜਿਵੇਂ ਕਿ ਡਿਮਾਂਡ ਸੀਗੀ, ਅਤੇ ਉਸ ਦੇ ਕਰਕੇ ਬਹੁਤ ਸਮਾਂ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਸਿੱਖਾਂ ਨੂੰ ਗਲਤ ਨਜ਼ਰੀਏ ਨਾਲ ਵੇਖਿਆ ਜਾ ਰਿਹਾ ਸੀਗਾ। ਹੁਣ ਕਸ਼ਮੀਰ ਦੇ ਵਿੱਚ ਮੁਸਲਮਾਨਾਂ ਦੀ ਮੰਗ ਸੀਗੀ ਜਿਹੜੇ ਕਸ਼ਮੀਰ ਦੇ ਵਿੱਚ ਰਹਿੰਦੇ, ਅਤੇ ਮੁਸਲਮਾਨਾਂ ਨੂੰ ਹੋਰ ਏਰੀਆ 'ਚ ਵੀ ਗਲਤ ਨਿਗਾਹ ਨਾਲ ਦੇਖਿਆ ਜਾਂਦਾ, ਅਤੇ ਇਸ ਦੇ ਨਾਲ ਹੁੰਦਾ ਕਿ ਇੱਕ ਧਾਰਮਿਕ ਸੁਹਾਰਦ ਵੀ ਵਿਗੜਦਾ ਹੈ। ਅੱਗੇ ਚੱਲਦੇ ਹਾਂ। ਇਹਦੇ ਵਿੱਚ ਇਹ ਹੈ ਕਿਸ ਤਰੀਕੇ ਨਾਲ ਰਿਪਰੈਜ਼ੈਂਟ ਕਰਦਾ, ਅਲੱਗ ਅਲੱਗ ਨਿਊਜ਼ ਦੇ ਰਹੇ, ਅਲੱਗ ਟੈਲੀਗ੍ਰਾਫ ਪਾਰਟੀਸ਼ਨ ਦੀ ਗੱਲ ਕਰਦਾ, ਦਾ ਹਿੰਦੂ ਵੀ ਇਹ ਵੱਖਵਾਦ ਰਾਜਨੀਤੀ ਦੀ ਗੱਲ ਕਰਦਾ ਪਿਆ, ਅਲੱਗ ਅਲੱਗ ਹਿੰਦੁਸਤਾਨ ਟਾਈਮਸ, ਦਾ ਇੰਡੀਅਨ ਐਕਸਪ੍ਰੈਸ ਵਗੈਰਾ ਦੀ ਕਟਿੰਗਸ ਹੈ, ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਸਾਡੇ ਯੂਨੀਅਨ ਦੇ ਵਿੱਚ ਸਾਡੇ ਇੱਥੇ ਅਸ਼ਾਂਤੀ ਭੰਗ ਹੁੰਦੀ ਹੈ ਵੱਖਵਾਦ ਨੂੰ ਲੈ ਕੇ, ਸੈਪਰੇਟਿਜ਼ਮ ਨੂੰ ਲੈ ਕੇ। ਅੱਗੇ ਚੱਲਦੇ ਹਾਂ ਆਪਾਂ ਕਿਸ ਤਰੀਕੇ ਨਾਲ ਜਿਹੜੀ ਸਾਡੀ ਮਿਲਟਰੀ ਵੀ ਈਜ਼ 'ਤੇ ਨਹੀਂ ਰਹਿੰਦੀ ਹੈ, ਹਮੇਸ਼ਾ ਉਹਨਾਂ ਨੂੰ ਤਿਆਰ ਰਹਿਣਾ ਹੁੰਦਾ, ਬੜੇ ਦਬਾਅ 'ਚ ਰਹਿੰਦੇ ਨੇ। ਹੁਣ ਦੇਖੋ ਇੱਕ ਫੋਟੋ 'ਚ ਬੱਚਾ ਉਹਨਾਂ ਨੂੰ ਕੁਛ ਦਿਖਾ ਰਿਹਾ, ਗੁਲੇਲ ਦਿਖਾ ਰਿਹਾ, ਪੱਥਰ ਜਿਹਾ ਦਿਖਾ ਰਿਹਾ, ਅਤੇ ਹੁਣ ਉਸ ਸਿਚੁਏਸ਼ਨ 'ਚ ਆਰਮੀ ਵਾਲੇ ਕੀ ਕਰਨਗੇ ਨੈਕਸਟ 'ਚ? ਵਿਚਾਰੇ ਆਰਮੀ ਵਾਲੇ ਜਿਹੜੇ ਹੈ ਇਹ ਜਿਹੜੇ ਪੱਥਰ ਸੁੱਟਣ ਵਾਲੇ ਉਹਨਾਂ ਦੇ ਸਾਹਮਣੇ ਖੜ੍ਹੇ ਹੈ, ਅਤੇ ਉਹਨਾਂ ਨੂੰ ਉਹ ਫਾਇਰ ਵੀ ਨਹੀਂ ਕਰ ਸਕਦੇ। ਉਹ ਲੋਕ ਵੀ ਇਹਨਾਂ ਦੇ ਦੇਸ਼ ਦੇ ਹੈਗੇ। ਸਿਚੁਏਸ਼ਨ ਇਹਨਾਂ ਦੀ ਬੜੀ ਦਬਾਅ ਵਾਲੀ ਹੋ ਜਾਂਦੀ ਹੈ, ਅਤੇ ਬੜੀ ਟੈਂਸ ਸਿਚੁਏਸ਼ਨ ਬਣੀ ਰਹਿੰਦੀ ਹੈ। ਅੱਗੇ ਦੇਖਦੇ ਹਾਂ ਸਿੱਟੇ ਵਜੋਂ ਕੀ ਕਹਿ ਸਕਦੇ ਹਾਂ ਅਸੀਂ। ਹੁਣ ਸਿੱਟੇ ਤੋਂ ਪਹਿਲਾਂ ਅਸੀਂ ਇਸ ਗੱਲ ਨੂੰ ਦੇਖ ਲਈਏ ਕਿ ਜਿਹੜਾ ਮੇਨ ਅਸਰ ਵੱਖਵਾਦ ਦਾ ਪੈਂਦਾ, ਸਾਡੇ ਏਕਤਾ ਅਖੰਡਤਾ 'ਤੇ ਪੈਂਦਾ ਹੈ। ਉਸ ਤੋਂ ਬਾਅਦ ਅਰਥ ਵਿਵਸਥਾ 'ਤੇ ਬੜਾ ਮਾੜਾ ਅਸਰ ਪੈਂਦਾ ਹੈ। ਉਸ ਤੋਂ ਬਾਅਦ ਅੱਤਵਾਦੀਆਂ ਗਤੀਵਿਧੀਆਂ 'ਚ ਬੜਾ ਵਾਧਾ ਹੁੰਦਾ, ਸੁਰੱਖਿਆ ਸੈਨਾਵਾਂ ਉੱਤੇ ਬੜਾ ਦਬਾਅ ਰਹਿੰਦਾ ਹੈ, ਗੁਆਂਢੀ ਦੇਸ਼ਾਂ ਨਾਲ ਸੰਬੰਧ ਖਰਾਬ ਹੁੰਦਾ, ਜਿਹੜੇ ਧਾਰਮਿਕ ਸੁਹਾਰਦ ਹੈ ਉਹ ਵੀ ਵਿਗੜਦਾ ਹੈ, ਅਤੇ ਨਾਲ ਦੇਸ਼ ਦੇ ਵਿੱਚ ਸ਼ਾਂਤੀ ਨੂੰ ਵੀ ਖਤਰਾ ਪੈਦਾ ਹੁੰਦਾ ਹੈ। ਅਤੇ ਸਿੱਟੇ ਵਜੋਂ ਅਸੀਂ ਕਹਿ ਸਕਦੇ ਹਾਂ ਕਿ ਵੱਖਵਾਦ ਖੇਤਰਵਾਦ ਦਾ ਹੀ ਇੱਕ ਆਕਰਮਕ ਰੂਪ ਹੈ। ਦੇਸ਼ ਦੇ ਖਾਸ ਹਿੱਸੇ ਵਿੱਚ ਵਸੇ ਹੋਏ ਲੋਕ ਦੇਸ਼ ਤੋਂ ਅਲੱਗ ਹੋ ਕੇ ਪ੍ਰਭੂਸੱਤਾ ਸੰਪੰਨ ਰਾਜ ਦੀ ਸਥਾਪਨਾ ਕਰਨਾ ਚਾਹੁੰਦੇ ਹਨ, ਅਤੇ ਦੇਸ਼ ਦੀ ਏਕਤਾ ਅਖੰਡਤਾ ਨੂੰ ਤੋੜਨ ਦਾ ਯਤਨ ਕਰਦੇ ਹਨ। ਨਫ਼ਰਤ ਭਰੀ ਵਾਤਾਵਰਨ ਪੈਦਾ ਹੁੰਦੀ ਹੈ, ਨਫ਼ਰਤ ਆਪਸ ਵਿੱਚ ਵੱਧਦੀ ਹੈ, ਔਰ ਵਿਦੇਸ਼ੀ ਤਾਕਤਾਂ ਦਾ ਵੀ ਹੱਥ ਇਸ ਦੇ ਵਿੱਚ ਸ਼ਾਮਿਲ ਹੁੰਦਾ ਹੈ, ਅਤੇ ਮਕਸਦ ਦੀ ਪੂਰਤੀ ਲਈ ਕਿਸੇ ਤਰੀਕੇ ਦਾ ਵੀ ਸਾਧਨ ਇਸਤੇਮਾਲ ਕਰਨ ਤੋਂ ਨਹੀਂ ਹਿਚਕਚਾਉਂਦੇ ਨੇ। ਅਤੇ ਇਸ ਲਈ ਜ਼ਰੂਰੀ ਹੈ ਕਿ ਦੇਸ਼ ਦੇ ਏਕਤਾ ਅਖੰਡਤਾ ਨੂੰ ਕਾਇਮ ਰੱਖਦੇ ਹੋਏ ਇਸ ਨੂੰ ਸਖਤੀ ਨਾਲ ਨਜਿੱਠਿਆ ਜਾਵੇ। ਅਤੇ ਇਹ ਸੀ ਸਾਡਾ ਵੱਖਵਾਦ। ਉਮੀਦ ਹੈ ਕਿ ਤੁਹਾਨੂੰ ਪਸੰਦ ਆਏਗਾ, ਅਤੇ ਉਮੀਦ ਹੈ ਕਿ ਤੁਸੀਂ ਇਸ ਚੀਜ਼ ਨੂੰ ਗੌਰ ਨਾਲ ਸੁਣੋਗੇ ਲੈਕਚਰ ਨੂੰ, ਅਤੇ ਉਸ ਤੋਂ ਬਾਅਦ ਮੇਨ ਪੁਆਇੰਟਸ ਬਣਾ ਕੇ ਫਿਰ ਤੁਸੀਂ ਉਸ ਨੂੰ ਲਿਖੋਗੇ।
ਔਰ ਜਦੋਂ ਤੁਸੀਂ ਲਿਖ ਕੇ ਪ੍ਰੈਕਟਿਸ ਕਰੋ ਤਾਂ ਇੱਕ 6 ਨੰਬਰ ਪ੍ਰਸ਼ਨ ਦੇ ਹਿਸਾਬ ਨਾਲ ਇਸ ਨੂੰ ਪ੍ਰੈਕਟਿਸ ਕਰੋ ਤਾਂ ਕਿ ਤੁਹਾਡੀ ਮਾਈਂਡ 'ਚ ਸਾਰੀ ਗੱਲਾਂ ਬੈਠ ਜਾਣ। ਔਰ ਦੋਸਤੋ ਲਿਖ ਕੇ ਜ਼ਰੂਰ ਦੇਖਣਾ ਹੈ, ਕਿਉਂਕਿ ਜਿਸ ਚੀਜ਼ ਨੂੰ ਆਪਾਂ ਲਿਖ ਕੇ ਦੇਖਦੇ ਹਾਂ ਉਸ ਚੀਜ਼ ਨੂੰ ਜ਼ਿਆਦਾ ਦੇਰ ਤੱਕ ਰਿਟੇਨ ਕਰਦੇ ਹਾਂ, ਔਰ ਰਿਕਾਲ ਕਰਨਾ ਵੀ ਬੜਾ ਈਜ਼ੀ ਹੁੰਦਾ। ਪੇਪਰਾਂ ਦੇ ਟਾਈਮ 'ਚ ਤੁਸੀਂ ਈਜ਼ੀਲੀ ਉਹਨੂੰ ਰਿਕਾਲ ਕਰਕੇ ਲਿਖ ਸਕਦੇ ਹੋ। ਉਮੀਦ ਹੈ ਕਿ ਪਸੰਦ ਆਏਗੀ। ਇਸ ਨੂੰ ਸ਼ੇਅਰ ਜ਼ਰੂਰ ਕਰੋ, ਸਬਸਕ੍ਰਾਈਬ ਕਰੋ ਚੈਨਲ ਨੂੰ। ਬੈਸਟ ਆਫ ਲੱਕ, ਗॉड ਬਲੈਸ ਯੂ, ਥੈਂਕ ਯੂ।